PTV ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਆਪਣਾ ਵਿਨੋਦ ਚੰਦਨ। ਨਿਤ ਨਵੇਂ ਅਪਡੇਟਸ ਦੇ ਨਾਲ ਅਸੀਂ ਤੁਹਾਡੇ ਨਾਲ ਰੂਬਰੂ ਹੋਈਦਾ ਹੈ। ਅਸੀਂ ਆਪਣੇ ਚੈਨਲ ਦੇ ਰਾਹੀਂ ਕੇਵਲ ਸਮਾਜਿਕ, ਧਾਰਮਿਕ, ਰਾਜਨੀਤਿਕ ਹੀ ਨਹੀਂ ਸਗੋਂ ਅਜਿਹੀਆਂ ਪਰਸਨੈਲਿਟੀਜ਼ ਨੂੰ ਵੀ ਤੁਹਾਡੇ ਰੂਬਰੂ ਸਮੇਂ-ਸਮੇਂ ਸਿਰ ਉਹੋ ਜਿਹੀਆਂ ਕਹਾਣੀਆਂ ਵੀ, ਸੋਸ਼ਲ ਵਰਕ ਦੀਆਂ ਗੱਲਾਂ ਵੀ, ਸਟੋਰੀਜ਼ ਵੀ ਸਾਂਝੇ ਕਰਦੇ ਰਹੀਦਾ ਸਮੇਂ-ਸਮੇਂ ਸਿਰ, ਜਿਹਦੇ ਨਾਲ ਆਮ ਲੋਕਾਂ ਨੂੰ ਖਾਸ ਤੌਰ 'ਤੇ ਅਜਿਹੀਆਂ ਪਰਸਨੈਲਿਟੀਜ਼ ਜਿਹੜੀਆਂ ਸਾਡੇ ਇਲਾਕੇ ਦੇ ਵਿੱਚ ਲਗਾਤਾਰ ਬਹੁਤ ਵੱਡੇ ਪੱਧਰ 'ਤੇ ਸਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਯੋਗਦਾਨ ਦਿੰਦੀਆਂ, ਉਹਨਾਂ ਦੇ ਬਾਰੇ ਵੀ ਗੱਲ ਕਰਦੇ ਰਹਿੰਦੇ ਹਾਂ। ਅੱਜ ਵਿਸ਼ੇਸ਼ ਤੌਰ 'ਤੇ ਮੈਂ ਜਿਸ ਸ਼ਖਸੀਅਤ ਨੂੰ ਤੁਹਾਡੇ ਨਾਲ ਰੂਬਰੂ ਕਰਵਾਉਣ ਜਾ ਰਿਹਾ ਉਹ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ। ਮੇਰੀ ਮੁਰਾਦ RS ਪਰਮਾਰ ਜੀ, ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ, ਕੇਵਲ ਰੋਪੜ ਡਿਸਟ੍ਰਿਕਟ ਨਹੀਂ ਪੂਰੇ ਪੰਜਾਬ ਸਗੋਂ ਪੂਰੇ ਵਿਸ਼ਵ ਭਰ ਦੇ ਵਿੱਚ, ਕਿਉਂਕਿ ਬਹੁਤ ਲੰਬੇ ਸਮੇਂ ਕਈ ਦਹਾਕਿਆਂ ਤੋਂ, ਕਈ ਸਾਲਾਂ ਤੋਂ ਉਹ ਮੈਡੀਕਲ ਖੇਤਰ ਦੇ ਵਿੱਚ ਸੇਵਾ ਕਰਦੇ ਆ ਰਹੇ ਆ। ਅੱਜ ਅਸੀਂ ਉਹਨਾਂ ਦੇ ਰਾਹੀਂ ਆਪਣੇ ਦਰਸ਼ਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਤਜਰਬਿਆਂ, ਮੈਡੀਕਲ ਸੰਬੰਧੀ ਕੁਝ ਗੱਲਾਂ ਜਿਹੜੀਆਂ ਕਿ ਸਾਰੇ ਦਰਸ਼ਕਾਂ ਦੇ ਲਈ ਬੜੀਆਂ ਲਾਹੇਵੰਦ ਸਿੱਧ ਹੋਣਗੀਆਂ, ਮੈਨੂੰ ਆਸ ਹੈ, ਸੋ ਸਾਂਝੀਆਂ ਕਰਾਂਗੇ। ਸੋ ਆਓ ਅਸੀਂ ਬਹੁਤਾ ਸਮਾਂ ਨਾ ਗੱਲਾਂ ਬਹੁਤੀਆਂ ਕਰਦੇ ਹੋਏ ਉਹਨਾਂ ਦੇ ਨਾਲ ਗੱਲਬਾਤ ਕਰੀਏ ਅਤੇ ਜਾਣੀਏ ਉਹਨਾਂ ਦੇ। ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਆਪਣੇ ਚੈਨਲ ਦੇ ਵਿੱਚ ਆਉਣ ਲਈ। ਸਰ, ਸਭ ਤੋਂ ਪਹਿਲਾਂ ਤਾਂ ਸਾਡੇ ਚੈਨਲ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਜਿਹੜਾ ਹੈ ਉਹ ਦਿੱਤਾ। ਚੰਦਨ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ। ਤੁਸੀਂ ਮੈਨੂੰ ਇੱਥੇ ਬੁਲਾਇਆ ਔਰ ਇੰਟਰਵਿਊ ਦੇਣ ਲਈ ਮੈਨੂੰ ਸੱਦਾ ਦਿੱਤਾ। ਸਰ, ਸਭ ਤੋਂ ਪਹਿਲਾਂ ਜਿਹੜਾ ਮੇਰੀ ਗੱਲ ਹੈ, ਜਿਹੜੇ ਦਰਸ਼ਕ ਸਾਡੇ ਜਾਣਨ ਲਈ ਉਤਾਵਲੇ ਹੈ, ਅਸੀਂ ਤੁਹਾਡਾ ਨਾਮ ਤਾਂ ਸਾਰੇ ਜਾਣਦੇ ਹੈ, ਪੂਰੇ ਸਟੇਟ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ ਤੁਹਾਡਾ ਨਾਮ ਹੈ। ਖਾਸ ਰੋਪੜ ਜ਼ਿਲ੍ਹੇ ਦੇ ਵਿੱਚ ਤੁਸੀਂ ਬੜੇ ਹਰਮਨ ਪਿਆਰੇ ਹੋ। ਪਰਮਾਰ ਹਸਪਤਾਲ ਦੇ ਨਾਂ 'ਤੇ ਤੁਹਾਡਾ ਜਿਹੜਾ ਹੈ ਬਹੁਤ ਵੱਡਾ ਜਿਹੜਾ ਇੰਸਟੀਚਿਊਟ ਚੱਲ ਰਿਹਾ, ਬਹੁਤ ਲੋਕਾਂ ਨੂੰ ਲਾਹੇਵੰਦ ਸਾਬਤ ਹੋ ਰਿਹਾ। ਸਭ ਤੋਂ ਪਹਿਲਾਂ ਤਾਂ ਅਸੀਂ, ਹਰ ਇੱਕ ਇਨਸਾਨ ਦਾ ਇੱਕ ਇਤਿਹਾਸ ਹੁੰਦਾ ਹੈ, ਇੱਕ ਹਿਸਟਰੀ ਹੁੰਦੀ ਹੈ, ਹਿਸਟੋਰੀਕਲ ਬੈਕਗਰਾਊਂਡ ਹੁੰਦੀ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਬਾਰੇ ਜਾਣਨਾ ਚਾਹਾਂਗੇ, ਤੁਹਾਡਾ ਪਿਛੋਕੜ, ਤੁਸੀਂ ਇੱਥੇ ਤੱਕ ਪਹੁੰਚੇ ਆ, ਐਡੇ ਵੱਡੇ ਮੁਕਾਮ ਹਾਸਲ ਕੀਤੇ ਆ। ਹਰ ਇੱਕ ਵਿਅਕਤੀ ਦਾ ਇਤਿਹਾਸ ਹੈ, ਹਿਸਟਰੀ ਹੈ, ਉਹਦੇ ਬਾਰੇ ਸਾਨੂੰ ਜ਼ਰੂਰ ਬਿਆਨ ਕਰੋ ਕਿ ਕਿਹੋ ਜਿਹਾ ਤੁਹਾਡਾ ਹਿਸਟੋਰੀਕਲ ਬੈਕਗਰਾਊਂਡ। ਧੰਨਵਾਦ ਤੁਹਾਡਾ। ਮੈਂ ਆਪਣੇ ਬਾਰੇ ਇਹੀ ਦੱਸਣਾ ਚਾਹੁੰਦਾ ਕਿ ਮੈਂ ਇੱਕ ਪਿੰਡ ਦੇ ਵਿੱਚ ਪੈਦਾ ਹੋਇਆ ਸੀ ਔਰ ਪਿੰਡ ਦੇ ਸਕੂਲ ਦੇ ਵਿੱਚੋਂ ਹੀ ਆਪਣੀ 10ਵੀਂ ਤੱਕ ਵਿੱਦਿਆ ਪ੍ਰਾਪਤ ਕੀਤੀ। ਮੇਰੇ ਪਿਤਾ ਜੀ ਉੱਥੇ ਡਾਕਟਰ ਸਨ, ਸਰਕਾਰੀ ਡਾਕਟਰ ਸਨ। ਉਹਨਾਂ ਨੇ ਇਲਾਕੇ ਦੀ ਬਹੁਤ ਸੇਵਾ ਕੀਤੀ ਔਰ ਕਦੀ ਵੀ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਅਤੇ ਹਰ ਟਾਈਮ ਉਹ ਸੇਵਾ ਕਰਨ ਲਈ ਤਿਆਰ ਰਹਿੰਦੇ ਸਨ। ਉਹਨਾਂ ਤੋਂ ਮੈਂ ਸੇਧ ਲੈਂਦੇ ਹੋਏ ਸੋਚਿਆ ਕਿ ਡਾਕਟਰੀ ਵਿੱਦਿਆ ਪ੍ਰਾਪਤ ਕਰਾਂ। DAV ਕਾਲਜ ਜਲੰਧਰ ਤੋਂ ਮੈਂ +2 ਕੀਤੀ, ਪ੍ਰੀ ਮੈਡੀਕਲ ਹੁੰਦੀ ਸੀ ਉਦੋਂ। ਆਪਣੇ ਗੌਰਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਗ੍ਰੈਜੂਏਸ਼ਨ ਕਰਕੇ PGI ਤੋਂ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ, ਸਰਜਰੀ ਦੀ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਉੱਥੇ ਫਿਰ ਮੈਂ ਰਜਿਸਟਰਾਰ ਵੀ ਰਿਹਾ, ਜਿਹੜੇ ਅੱਜ ਕੱਲ੍ਹ ਸੀਨੀਅਰ ਰੈਜ਼ੀਡੈਂਟ ਜਿਹਨੂੰ ਕਹਿੰਦੇ ਆ, ਅਤੇ ਰਜਿਸਟਰਾਰ ਡਿਪਾਰਟਮੈਂਟ ਆਫ ਸਰਜਰੀ ਦਾ ਰਹਿਣ ਤੋਂ ਬਾਅਦ ਫਿਰ ਮੈਂ ਰੋਪੜ ਸਿਵਲ ਹਸਪਤਾਲ ਵਿੱਚ ਮੇਰੀ ਪੋਸਟਿੰਗ ਹੋ ਗਈ। ਉੱਥੇ ਮੈਂ 5-6 ਸਾਲ ਤਕਰੀਬਨ ਸੇਵਾ ਕੀਤੀ ਔਰ ਉਸ ਤੋਂ ਬਾਅਦ ਆਪਣਾ ਹਸਪਤਾਲ ਖੋਲ੍ਹਿਆ। ਜੀ ਸਰ, ਮੈਡੀਕਲ ਦਾ ਜੋ ਇਹ ਖੇਤਰ ਹੈ ਬਹੁਤ ਵਿਸ਼ਾਲ ਹੈ, ਬਹੁਤ ਲੰਬਾ ਇਹਦਾ ਸਮਾਂ ਵੀ ਹੈ। ਅਸੀਂ ਇਹ ਜ਼ਰੂਰ ਜਾਣਨਾ ਚਾਹਾਂਗੇ ਤੁਹਾਡੇ ਤੋਂ ਕਿ ਪ੍ਰਾਚੀਨ ਸਮੇਂ ਤੋਂ, ਐਂਸ਼ੀਅੰਟ ਟਾਈਮਸ ਤੋਂ, ਕਿੰਨੇ ਲੰਬੇ ਸਮੇਂ ਤੋਂ, ਕਿੱਥੋਂ ਇਹਦੀ ਮੈਡੀਕਲ ਦੀ ਚਿਕਿਤਸਾ ਦੀ ਜੀ ਸ਼ੁਰੂਆਤ ਹੈ, ਤਾਂ ਕਿ ਸਾਡੇ ਦਰਸ਼ਕਾਂ ਨੂੰ ਜਿਹੜਾ ਹੈ ਉਹ ਇਹਦੇ ਬਾਰੇ ਵੀ ਗਿਆਨ ਜਿਹੜਾ ਹੈ ਉਹ ਪ੍ਰਾਪਤ ਹੋ ਸਕੇ। ਹਿੰਦੁਸਤਾਨ ਦੇ ਵਿੱਚ ਪੁਰਾਣੀਆਂ ਸਕ੍ਰਿਪਚਰਸ ਦੇਖੀਏ ਤਾਂ ਤਕਰੀਬਨ 4-5 ਹਜ਼ਾਰ ਸਾਲ ਪਹਿਲਾਂ ਵੱਡੇ ਵੱਡੇ ਸੁਸ਼ਰੂਤਾ ਸਰਜਨ ਹੋਏ ਆ, ਜਿਨ੍ਹਾਂ ਨੇ ਉਦੋਂ ਟਰਾਂਸਪਲਾਂਟੇਸ਼ਨ, ਸਕਿਨ ਗ੍ਰਾਫਟਿੰਗ, ਦਿਲ ਬਦਲਣਾ, ਹੋਰ ਗਰਦਨ ਤੱਕ ਬਦਲ ਦਿੰਦੇ ਸੀਗੇ। ਇਸ ਤਰ੍ਹਾਂ ਦੇ ਵੱਡੇ ਸਰਜਨ ਰਹੇ ਆ ਆਯੁਰਵੇਦਾ ਦੇ ਵਿੱਚ, ਔਰ ਉਹ ਇੰਟੈਸਟੀਨਲ ਓਬਸਟਰਕਸ਼ਨ ਵਗੈਰਾ ਆਉਂਦਾ ਦੇ ਵੀ ਆਪਰੇਸ਼ਨ ਕਰਦੇ ਸੀਗੇ। ਪਰ ਜਦੋਂ ਜੋ ਸਮਾਂ ਲੰਘਦਾ ਗਿਆ, ਜਿਹੜੀਆਂ ਰਿਟਨ ਸਕ੍ਰਿਪਚਰ ਸੀਗੀਆਂ, ਇਹਦੇ 'ਤੇ ਰਿਸਰਚ ਨਹੀਂ ਹੋਈ ਔਰ ਨਾ ਹੀ ਆਯੁਰਵੇਦਾ ਦੇ ਵੱਲ, ਸਰਜਰੀ ਦੇ ਵੱਲ ਖਾਸ ਤੌਰ 'ਤੇ ਧਿਆਨ ਗਿਆ ਲੋਕਾਂ ਦਾ। ਮੈਡੀਸਨ, ਆਯੁਰਵੇਦਾ ਦੀ ਮੈਡੀਸਨਸ ਕਾਫੀ ਅੱਛੀਆਂ ਸੀਗੀਆਂ। ਉਹਨਾਂ ਨੂੰ ਜੋ ਵੀ ਅਸੀਂ ਅੱਜ ਕੱਲ੍ਹ ਦੀ ਮਾਡਰਨ ਮੈਡੀਸਨ ਹੈ, ਉਹ ਆਯੁਰਵੇਦਾ ਦੀ ਮੈਡੀਸਨ ਤੋਂ ਹੀ ਰਿਸਰਚ ਹੋ ਕੇ ਉਹਨਾਂ 'ਚੋਂ ਐਕਟਿਵ ਇਨਗਰੀਡੀਐਂਟ ਕੱਢ ਕੇ ਵੀ ਅਸਰ ਕਿਸ ਦਵਾਈ ਦਾ ਹੁੰਦਾ, ਕਿਸ ਐਲੀਮੈਂਟ ਦਾ ਹੁੰਦਾ, ਉਹ ਕੰਪਾਊਂਡ ਕੱਢ ਕੇ ਜਿਹਦੇ ਤਿਆਰ ਕਰਕੇ
ਅੱਜਕੱਲ ਐਲੋਪੈਥਿਕ ਮੈਡੀਸਿਨਸ ਚੱਲ ਰਹੀਆਂ ਤੇ ਜਿਹੜੀ ਆਯੁਰਵੇਦਾ ਮੈਡੀਸਨ ਆ ਉਹ ਕਾਫੀ ਬਲਕ 'ਚ ਹੁੰਦੀ ਆ। ਉਹਦੇ ਵਿੱਚ ਐਕਟਿਵ ਇੰਗਰੀਡੀਐਂਟ ਇੱਕ ਹੁੰਦਾ, ਪਰ ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਉਹ ਇੰਨਾ ਅਸਰ ਨਹੀਂ ਕਰਦੀਆਂ। ਸੋ ਇਹ ਜਿਹੜੀ ਐਲੋਪੈਥਿਕ ਮੈਡੀਸਨ ਡਿਵੈਲਪ ਹੋ ਕੇ ਕਾਫੀ ਅੱਗੇ ਦੀ ਰਿਸਰਚ ਹੋ ਗਈ। ਸਾਡੀ ਜਿਹੜੀ ਮੈਡੀਸਨ ਦੀ ਰਿਸਰਚ ਹੈ, ਜਦੋਂ ਮੈਂ ਪੜ੍ਹਦਾ ਸੀਗਾ ਮੈਡੀਕਲ ਕਾਲਜ ਦੇ ਵਿੱਚ, ਅਸੀਂ ਸਿਰਫ ਥੋੜ੍ਹੇ ਐਂਟੀਬਾਇਓਟਿਕਸ, ਥੋੜ੍ਹੀਆਂ ਦਰਦ ਦੀਆਂ ਦਵਾਈਆਂ, ਥੋੜ੍ਹੇ ਜਿਹੇ ਬਹੁਤ ਘੱਟ ਦਵਾਈਆਂ ਅਵੇਲੇਬਲ ਸੀਗੀਆਂ ਅਰਲੀ 60s ਦੇ ਵਿੱਚ। ਡਾਕਟਰ ਸਾਹਿਬ, ਇਹ ਮੰਨੀਏ ਕਿ ਜਿਹੜੀ ਤੁਸੀਂ ਪ੍ਰਾਚੀਨ ਟਾਈਮ ਦੀ, ਏਂਸ਼ੀਅੰਟ ਟਾਈਮ ਦੀ ਜਿਹੜੀ ਐਗਜ਼ਾਮਪਲ ਦਿੱਤੀ ਹੈ, ਅਸੀਂ ਇਹ ਮੰਨ ਸਕਦੇ ਕਿ ਸਾਡੀ ਚਿਕਿਤਸਾ ਇੰਨੀ ਜ਼ਿਆਦਾ ਡਿਵੈਲਪ ਸੀ। ਜਿਵੇਂ ਤੁਸੀਂ ਦੱਸਿਆ ਕਿ ਗਰਦਨ ਵੀ ਜੋੜ ਲਾ ਦਿੰਦੇ ਸੀ, ਦਿਲ ਬਦਲ ਦਿੰਦੇ ਸੀ। ਕਹਿਣ ਦਾ ਮਤਲਬ ਅੱਜ ਅਸੀਂ ਆਪਣੇ ਆਪ ਨੂੰ ਬਹੁਤ ਐਡਵਾਂਸ ਸਮਝਦੇ ਹਾਂ ਕਿ ਸਾਡੀ ਚਿਕਿਤਸਾ ਪ੍ਰਣਾਲੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਐਡਵਾਂਸ ਹੈ। ਪਰ ਉਸ ਸਮੇਂ ਵੀ ਜਿਵੇਂ ਤੁਹਾਡੀਆਂ ਗੱਲਾਂ ਤੋਂ ਸਾਨੂੰ ਇਹ ਬੜਾ ਗਿਆਨ ਪ੍ਰਾਪਤ ਹੋਇਆ ਕਿ ਉਸ ਸਮੇਂ ਵੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਕਾਫੀ ਮੈਡੀਕਲ ਜਿਹੜੀ ਸਾਇੰਸ ਦੀ ਜਿਹੜੀ ਨੌਲੇਜ ਸੀ ਉਹ ਡਿਵੈਲਪ ਸੀ। ਪਰ ਤੁਸੀਂ ਕੀ ਮੰਨਦੇ ਹੋ ਕਿ ਜੋ ਪ੍ਰਾਚੀਨ ਸਮੇਂ ਦੇ ਵਿੱਚ ਮੈਡੀਕਲ ਸੀ ਉਹਦਾ ਬੇਸ ਹੈ ਅੱਜ ਸਾਰਾ ਜ਼ਿਆਦਾਤਰ ਅਸੀਂ ਉਹਦੇ ਉੱਤੇ ਆਧਾਰਿਤ ਹੈ ਜਾਂ ਕੁਝ ਹੋਰ ਨਵਾਂ ਕੁਝ? ਮੇਰਾ ਖਿਆਲ ਅਸੀਂ ਜਿਹੜੇ ਪੁਰਾਣੇ ਸਮੇਂ ਦੀ ਸਾਡੀ ਸੋਚ ਸੀਗੀ, ਖੋਜ ਸੀਗੀ, ਉਹਨੂੰ ਅੱਗੇ ਨਹੀਂ ਵਧਾ ਸਕੇ, ਉਹਨੂੰ ਕੈਰੀ ਫਾਰਵਰਡ ਨਹੀਂ ਕਰ ਸਕੇ। ਅਤੇ ਫਿਰ ਅਸਲੀ ਜੋ ਐਲੋਪੈਥਿਕ ਮੈਡੀਸਨ ਜਾਂ ਮਾਡਰਨ ਮੈਡੀਸਨ ਜਿਹਨੂੰ ਕਹਿੰਦੇ ਆ, ਉਹ 1600 ਤੋਂ ਬਾਅਦ ਹੀ, 1700 ਸਦੀ ਤੋਂ ਬਾਅਦ ਹੀ ਸ਼ੁਰੂ ਹੋਈ, ਜਦੋਂ ਬੇਸਿਕ ਆਦਮੀ ਦੇ ਡਾਇਸੈਕਸ਼ਨ ਕਰਕੇ, ਐਨੈਟਮੀ ਦੇਖ ਕੇ ਕਿ ਆਹ ਅੰਗ ਹਨ ਬਾਡੀ ਦੇ ਵਿੱਚ, ਇਹ ਅੰਗ ਦਾ ਇਹ ਕੰਮ ਹੈ, ਤਾਂ ਉਹਦੇ ਮੁਤਾਬਕ ਫਿਰ ਉਹਨੂੰ ਸਾਰਿਆਂ ਨੂੰ ਸਟੱਡੀ ਕਰਕੇ ਉਹਨੂੰ ਕਿੱਦਾਂ ਫੰਕਸ਼ਨਲ ਕਰਨਾ, ਇਹ ਸਾਰੀਆਂ ਰਿਸਰਚ ਕੀਤੀਆਂ ਗਈਆਂ। ਔਰ ਦਵਾਈਆਂ ਦੀ ਵੀ ਇਹੀ ਰਿਸਰਚ ਕੀਤੀ ਗਈ, ਕਿਹੜੀ ਦਵਾਈ ਕਿਸ ਤਰ੍ਹਾਂ ਅਸਰ ਕਰਦੀ, ਕੀ ਮਾੜੇ ਅਸਰ ਹੁੰਦੇ। ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਸਰਕਾਰੀ ਡਾਕਟਰ ਸੀ, ਗੁੜਤੀ ਦਾ ਤੁਹਾਨੂੰ ਉੱਥੋਂ ਕਲੀਅਰ ਹੋ ਗਿਆ ਸਾਨੂੰ ਕਿ ਮੈਡੀਕਲ ਲਾਈਨ ਦੇ ਵਿੱਚ ਆਉਣ ਦੀ ਮਿਲੀ ਹੈ। ਉਹ ਤੁਹਾਡੇ ਗੁਰੂ ਸੀ, ਤੁਹਾਡੇ ਪਿਤਾ ਵੀ ਸੀ, ਤੁਹਾਡੇ ਗੁਰੂ ਵੀ ਸੀ, ਜਿਨ੍ਹਾਂ ਨੇ ਤੁਹਾਨੂੰ ਇੱਥੇ ਤੱਕ ਪਹੁੰਚਾਉਣ 'ਚ ਯੋਗਦਾਨ ਪਾਇਆ। ਪਰ ਜਿਵੇਂ ਤੁਸੀਂ ਉਹ ਗੱਲ ਕੀਤੀ ਹੈ ਕਿ ਉਹ ਕਿਸੇ ਤੋਂ ਇੱਕ ਪੈਸਾ ਨਹੀਂ ਲੈਂਦੇ ਸੀ, ਉਸ ਸਮੇਂ ਡਾਕਟਰੀ ਨੂੰ ਇੱਕ ਸੇਵਾ ਮੰਨਿਆ ਜਾਂਦਾ ਸੀ। ਪਰ ਅੱਜ ਦੇ ਸੰਦਰਭ ਦੇ ਵਿੱਚ ਦੇਖਿਆ ਜਾਵੇ ਤਾਂ ਡਾਕਟਰੀ ਅੱਜ ਕੱਲ੍ਹ, ਮੈਂ ਸਾਰਿਆਂ ਦੇ ਇੱਕੋ ਜਿਹੇ ਹੈਗੇ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੈ, ਮੈਂ ਸਾਰਿਆਂ ਨੂੰ ਗਲਤ ਨਹੀਂ ਕਹਿ ਸਕਦਾ, ਆਪਾਂ ਸਾਰਿਆਂ ਨੂੰ ਕਿਸੇ ਨੂੰ ਸਹੀ ਨਹੀਂ ਕਹਿ ਸਕਦੇ। ਆਪਾਂ ਸਿਰਫ ਇਹੀ ਗੱਲ ਜਾਣਨੀ ਹੈ ਕਿ ਕੁਝ ਲੋਕਾਂ ਨੇ ਡਾਕਟਰੀ ਨੂੰ ਸੇਵਾ ਦੀ ਬਜਾਏ ਅੱਜ ਕੱਲ੍ਹ ਧੰਦੇ ਦੇ ਰੂਪ 'ਚ ਅਖਤਿਆਰ ਕਰ ਲਿਆ ਹੈ, ਉਹਨਾਂ ਬਾਰੇ ਕੀ ਰਾਏ ਹੈ? ਮੇਰਾ ਖਿਆਲ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ, ਅਸੀਂ ਸਾਰੇ ਹੀ ਗਵਰਨਮੈਂਟ ਸਰਵਿਸ ਜੁਆਇਨ ਕਰਨ ਲਈ ਤਿਆਰ ਹੁੰਦੇ ਸੀ, ਔਰ ਪ੍ਰੈਕਟਿਸ ਦਾ ਕਿਸੇ ਦਾ ਵੀ ਮਨ ਨਹੀਂ ਸੀ ਹੁੰਦਾ। ਔਰ ਸਾਡੇ ਪ੍ਰੋਫੈਸਰ ਇਹੀ ਕਹਿੰਦੇ ਸੀਗੇ ਕਿ ਜਿਹਨੇ ਪੈਸੇ ਕਮਾਣੇ ਆ ਉਹ ਜਾ ਕੇ ਆਪਣੀ ਦੁਕਾਨ ਖੋਲ੍ਹ ਲਓ, ਜਿੰਨੇ ਪੈਸੇ ਤੁਸੀਂ ਮੈਡੀਕਲ ਪ੍ਰੋਫੈਸ਼ਨ 'ਤੇ ਖਰਚਾ ਕਰੋਗੇ ਉਨੇ ਦੀ ਦੁਕਾਨ ਖੋਲ੍ਹ ਕੇ ਉਹਦੇ ਨਾਲੋਂ ਜ਼ਿਆਦਾ ਪੈਸੇ ਕਮਾ ਲਓਗੇ। ਸੋ ਪ੍ਰੋਫੈਸ਼ਨਲੀ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਸੇਵਾ ਹੀ ਕਰਨੀ ਹੈ। ਹੌਲੀ ਹੌਲੀ PGI 'ਚ ਵੀ ਸਾਨੂੰ ਇਹੀ ਸਿਖਾਇਆ ਗਿਆ ਕਿ ਸੇਵਾ, ਬਿਨਾਂ ਨਿਸਵਾਰਥ ਸੇਵਾ ਕਰਨੀ ਆ। ਪਰ ਜਿੱਦਾਂ ਸਾਡੇ ਚੇਂਜਸ ਆਉਂਦੀਆਂ ਗਈਆਂ, ਇੱਕ ਵੱਡਾ ਐਕਟ ਬਣਾ ਦਿੱਤਾ ਗਵਰਨਮੈਂਟ ਆਫ ਇੰਡੀਆ ਨੇ, ਜਿਹਦੇ ਵਿੱਚ ਡਾਕਟਰਸ ਅਤੇ ਪੇਸ਼ੈਂਟ ਦਾ ਇੱਕ ਰਿਲੇਸ਼ਨ ਜਿਹੜਾ ਸੀ ਕੰਜ਼ਿਊਮਰ ਅਤੇ ਖਰੀਦਦਾਰ ਦਾ ਹੋ ਗਿਆ। ਅਸੀਂ ਸਪਲਾਇਰ ਹੋ ਗਏ, ਕੰਜ਼ਿਊਮਰ ਹੋ ਗਏ। ਤਾਂ ਉਹਦੇ ਵਿੱਚ ਜਦੋਂ ਇੱਕ ਇਹਦਾ ਤਜਾਰਤ ਦਾ, ਬਿਜ਼ਨਸ ਦਾ ਹਿੱਸਾ ਆ ਜਾਂਦਾ, ਕੰਜ਼ਿਊਮਰ ਤੋਂ ਅਸੀਂ ਪੈਸੇ ਲੈ ਕੇ ਦਵਾਈ ਦਿੰਦੇ ਹਾਂ, ਅਤੇ ਉਹ ਫਿਰ ਇੱਕ ਉਹਦੇ ਵਿੱਚ ਉਹ ਟਰਸਟ ਨਹੀਂ ਰਹੀ ਜਿਹੜੀ ਡਾਕਟਰ ਅਤੇ ਮਰੀਜ਼ ਦੇ ਵਿੱਚ ਸੀ, ਉਹ ਖਤਮ ਹੋ ਗਈ। ਉਸ ਦੇ ਨਾਲ ਡਾਕਟਰਾਂ 'ਤੇ ਮੁਕੱਦਮੇ ਵੀ ਚੱਲਣ ਲੱਗ ਗਏ, ਮਰੀਜ਼ਾਂ ਦੇ ਵੀ ਐਕਸਪਲੋਇਟੇਸ਼ਨ ਹੋਣੀ ਸ਼ੁਰੂ ਹੋ ਗਈ। ਔਰ ਉਸ ਦੇ ਨਾਲ ਜਿਹੜੇ ਡਾਕਟਰ ਸੀ ਉਹ ਆਪਣੇ ਪ੍ਰੋਟੈਕਟਿਵ ਮੈਡੀਕੇਸ਼ਨ ਕਰਨ ਲੱਗੇ, ਵੀ ਜਿਹੜੀ ਟੈਸਟ ਹਨ ਇਹ ਸਾਰੇ ਕਰਵਾ ਲਓ, CT ਵੀ ਕਰਵਾ ਲਓ, ਤਾਂ ਜੋ ਸਾਡੇ 'ਤੇ ਕੰਜ਼ਿਊਮਰ ਫੋਰਮ 'ਚ ਕੋਈ ਐਕਸ਼ਨ ਨਾ ਆਵੇ। ਜੇ ਆਪਰੇਸ਼ਨ ਕਰਨਾ ਤਾਂ ਇਨਵੈਸਟੀਗੇਸ਼ਨਸ ਵੀ ਕਰਵਾ ਲਓ। ਐਡੀ ਵੱਡੀ ਫਾਈਲ ਬਣ ਜਾਂਦੀ ਅੱਜ ਕੱਲ੍ਹ। ਮੈਨੂੰ ਯਾਦ ਹੈ ਕਿ ਇੱਕ ਲਾਈਨ ਦੀ ਮੈਂ ਕੰਸੈਂਟ ਲੈਂਦਾ ਸੀਗਾ ਮਰੀਜ਼ਾਂ ਤੋਂ, ਅਤੇ ਉਹੀ ਚੱਲੀ ਜਾਂਦੀ ਸੀ। ਹੁਣ ਸਾਨੂੰ ਕੰਸੈਂਟ ਲਈ 10 ਫਾਰਮ ਭਰਨੇ ਪੈਂਦੇ ਆ। ਤੋ ਇੱਕ ਐਸਾ ਸਿਸਟਮ ਜਿਹਾ ਇਵੋਲਵ ਹੋ ਗਿਆ ਜਦੋਂ ਤੋਂ ਕੰਜ਼ਿਊਮਰ ਫੋਰਮ ਬਣੇ ਆ। ਔਰ ਸਾਡੇ ਜਿਹੜੀ ਕਾਰਪੋਰੇਟ ਸੈਕਟਰ ਨੇ ਹਸਪੀਟਲ ਖੋਲ੍ਹ ਦਿੱਤੇ, ਉਹਨਾਂ ਨੇ ਜਿਹੜੇ ਵੱਡੇ ਹਸਪਤਾਲ ਸੀ ਉਹਨਾਂ ਦੇ ਖਰਚੇ ਵੀ ਵੱਡੇ ਅਤੇ ਉਹਨਾਂ ਦੇ ਬਿੱਲ ਵੀ ਵੱਡੇ ਆਉਂਦੇ ਸੀ। ਉਹਨਾਂ ਨਾਲ ਸਾਡੇ ਇੱਕ ਟਰਸਟ ਡਿਫਿਸਿਟ ਹੋ ਗਿਆ, ਯਾਨੀ ਡਾਕਟਰਾਂ 'ਤੇ ਬਹੁਤ ਜ਼ਿਆਦਾ ਟਰਸਟ ਨਹੀਂ ਰਹੀ ਮਰੀਜ਼ਾਂ ਦੀ। ਉਹ ਡਿਫਿਸਿਟ ਜਿਹੜਾ ਹੈਗਾ ਉਹਨੇ ਡਾਕਟਰੀ ਪੇਸ਼ੇ ਨੂੰ ਬਦਨਾਮ ਕਰ ਦਿੱਤਾ।
ਤੁਹਾਡੇ ਤੋਂ ਇਹ ਵਿਸ਼ੇਸ਼ ਕਿਉਂਕਿ ਮਰੀਜ਼ ਔਰ ਡਾਕਟਰ ਦੇ ਵਿੱਚ ਸਿਰਫ ਇੱਕੋ ਹੀ ਜੁੜਨ ਦਾ ਸਾਧਨ ਹੁੰਦਾ ਹੈ, ਉਹ ਹੁੰਦਾ ਹੈ ਟਰਸਟ, ਵਿਸ਼ਵਾਸ, ਜਿਹੜਾ ਕਿ ਡਾਕਟਰ ਸਾਹਿਬ ਨੇ ਦੱਸਿਆ ਕਿ ਉਹ ਹੁਣ ਲਗਾਤਾਰ ਇਹ ਕਿਤੇ ਨਾ ਕਿਤੇ ਡਾਕਟਰ ਸਾਹਿਬ ਦੀ ਗੱਲ ਸਹੀ ਹੈ, ਇਹ ਕਿਤੇ ਨਾ ਕਿਤੇ ਐਕਟ ਜਾਂ ਉਸ ਜੋ ਸਿਸਟਮ ਹੈ ਇਹ ਉਹਦੀ ਦੇਣ ਹੈ ਜਿਹਨੇ ਵਿਸ਼ਵਾਸ ਮਰੀਜ਼ ਔਰ ਡਾਕਟਰ ਦੇ ਵਿੱਚ ਖਤਮ ਕਰ ਦਿੱਤਾ। ਆਓ ਅਸੀਂ ਹੁਣ ਡਾਕਟਰ ਸਾਹਿਬ ਦੇ ਨਾਲ ਉਹਨਾਂ ਦੇ ਹੋਰ ਵੀ, ਕਿਉਂਕਿ ਉਹ ਕੇਵਲ ਵੈਸੇ ਰੱਬ ਤੋਂ ਬਾਅਦ ਦੂਜਾ ਰੂਪ ਜਿਹੜਾ ਹੈ ਉਹ ਡਾਕਟਰ ਹੁੰਦਾ ਹੈ, ਡਾਕਟਰੀ ਦੇ ਨਾਲ ਨਾਲ ਉਹ ਮੈਡੀਕਲ ਖੇਤਰ ਦੇ ਵਿੱਚ ਵੀ ਬਹੁਤ ਵੱਡਾ ਜਿੱਥੇ ਯੋਗਦਾਨ ਦੇ ਰਹੇ ਨੇ, ਉੱਥੇ ਫ੍ਰੀ ਕੈਂਪਾਂ ਦੇ ਵਿੱਚ ਜਾਂ ਹੋਰ ਖੂਨਦਾਨ ਕੈਂਪਾਂ 'ਚ ਵੀ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਨੇ, ਇਲਾਕੇ ਦੇ 'ਚ ਉਹਨਾਂ ਦਾ ਅੱਛਾ ਨਾਮ ਹੈ। ਅਸੀਂ ਖਾਸ ਤੌਰ 'ਤੇ ਇਹ ਜਾਣਨਾ ਚਾਹੁੰਦੇ ਹਾਂ ਕਿ ਡਾਕਟਰ ਸਾਹਿਬ ਤੁਸੀਂ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਹੁਣ ਤੱਕ ਕਿਹੜੇ ਖੇਤਰਾਂ ਦੇ ਵਿੱਚ ਕਿਹੜੇ ਫੀਲਡਸ ਦੇ ਵਿੱਚ ਜਿਹੜਾ ਹੈ ਉਹ ਯੋਗਦਾਨ ਦਿੱਤਾ ਹੈ ਆਪਣੀ ਰੁਝੇਵਿਆਂ ਭਰੀ ਮੈਡੀਕਲ ਲਾਈਨ ਦੀ ਜ਼ਿੰਦਗੀ 'ਚੋਂ ਪਰਾਂ ਹੋ ਕੇ? ਮੈਨੂੰ ਬੜਾ ਮਾਣ ਹੈ ਕਿ ਮੇਰੇ ਨਾਲ ਇਲਾਕੇ ਦੇ ਕਾਫੀ ਲੋਕ ਜੁੜੇ ਹੋਏ ਸਨ। ਤੋ ਜਦੋਂ ਮੈਂ ਸਰਕਾਰੀ ਹਸਪਤਾਲ ਸੀਗਾ ਮੈਂ ਦੇਖਿਆ ਕੁਛ ਮਰੀਜ਼ ਐਸੇ ਆਉਂਦੇ ਸਨ ਸਾਡੇ ਖਾਸ ਤੌਰ 'ਤੇ ਨੂਰਪੁਰ ਵੇਦੀ ਔਰ ਨਾਲਾਗੜ੍ਹ ਏਰੀਏ ਤੋਂ ਜਿਨ੍ਹਾਂ ਪਾਸ ਪੈਸੇ ਨਹੀਂ ਸੀ ਹੁੰਦੇ ਆਪਣੇ ਇਲਾਜ ਕਰਾਉਣ ਲਈ। ਤੋ ਸਰਕਾਰੀ ਹਸਪਤਾਲ 'ਚ ਵੀ ਫਿਰ ਮੈਂ ਸੋਚਿਆ ਕਿ ਕਿਆ ਕਰੀਏ, ਅਸੀਂ ਕੁਛ 20 ਮੁੰਡਿਆਂ ਦੀ ਇੱਕ ਯੂਥ ਐਸੋਸੀਏਸ਼ਨ ਫॉर ਸਿੱਖ ਬਣਾਈ ਜਿਨ੍ਹਾਂ ਨੇ 10-10 ਰੁਪਏ ਜਮ੍ਹਾਂ ਕਰਕੇ ਤਕਰੀਬਨ 250-300 ਰੁਪਏ ਹੋ ਜਾਂਦੇ ਸੀ। ਤੋ ਜਦੋਂ ਕਿਸੇ ਮਰੀਜ਼ ਨੂੰ ਜ਼ਰੂਰਤ ਪੈਂਦੀ ਸੀ ਅਸੀਂ ਉਹ 250-300 ਰੁਪਏ 'ਚ ਉਹਨਾਂ ਦੇ ਹਰ ਮਹੀਨੇ ਇਲਾਜ ਦੇ ਪੈਸੇ ਦੇ ਕੇ, ਕੋਈ ਮਰੀਜ਼ ਐਸਾ ਨਹੀਂ ਸੀ ਜਾਂਦਾ ਕਿ ਜਿਹੜਾ ਬਗੈਰ ਇਲਾਜ ਤੋਂ, ਬਗੈਰ ਪੈਸਿਆਂ ਦੀ ਕਰਕੇ ਬਗੈਰ ਇਲਾਜ ਤੋਂ ਵਾਪਸ ਜਾਵੇ। ਔਰ ਉਹਦੀ ਜੋ ਸੇਵਾ ਸੀ ਉਹ ਤੋਂ ਬਾਅਦ ਕੁਝ ਪੈਸੇ ਬਚ ਗਏ, ਅਸੀਂ ਆਈ ਕੈਂਪ ਲਾਉਣੇ ਸ਼ੁਰੂ ਕਰਤੇ। ਆਈ ਕੈਂਪ ਇਸ ਏਰੀਏ 'ਚ ਨੂਰਪੁਰ ਵੇਦੀ, ਤਖਤਗੜ੍ਹ, ਆਪਣੇ ਸਰਥਲੀ ਔਰ ਬਹੁਤ ਸਾਰੀ ਜਗ੍ਹਾ 'ਤੇ ਅਸੀਂ ਆਈ ਕੈਂਪ ਲਾਏ। ਉਹੀ ਸੇਵਾ ਜਿਹੜੀ ਸੀਗੀ ਮੈਨੂੰ ਉਹਦੇ ਵਿੱਚ ਰੋਟਰੀ ਵਿੱਚ ਵੀ ਜਾਣ ਦਾ ਮੌਕਾ ਮਿਲਿਆ। ਤੇ ਰੋਟਰੀ ਕਲੱਬ ਦੇ ਵਿੱਚ ਵੀ ਤੁਹਾਡਾ ਬਹੁਤ ਵੱਡਾ ਅਹੁਦਾ ਸੀ, ਉਹਦੇ ਬਾਰੇ ਜ਼ਰੂਰ ਸਾਨੂੰ ਜਾਣਨਾ ਪਏਗਾ। ਰੋਟਰੀ ਦੇ ਵਿੱਚ ਅਸੀਂ ਸੰਨ 1978 ਵਿੱਚ ਹੀ ਰੋਟਰੀ ਕਲੱਬ ਰੋਪੜ ਸ਼ੁਰੂ ਕਰ ਲਿਆ ਅਤੇ ਉਹਦੇ ਵਿੱਚ ਇਹ ਸੇਵਾ ਨੂੰ ਹੋਰ ਵੱਧ ਕੇ ਕਰਨ ਦਾ ਮੌਕਾ ਮਿਲਿਆ। ਨਾ ਸਿਰਫ ਰੋਪੜ ਦੇ ਵਿੱਚ ਬਲਕਿ ਇੱਕ ਡਿਸਟ੍ਰਿਕਟ ਮੇਰਾ ਹੈਗਾ 3080 ਜਿਹਦੇ ਵਿੱਚ ਅੱਧਾ ਪੰਜਾਬ ਦਾ ਹਿੱਸਾ ਆਉਂਦਾ ਥੋੜ੍ਹਾ ਜਿਹਾ, ਔਰ ਚੰਡੀਗੜ੍ਹ ਆਉਂਦਾ, ਅੱਧਾ ਹਿਮਾਚਲ ਆਉਂਦਾ, ਅੱਧਾ ਹਰਿਆਣਾ ਆਉਂਦਾ, ਯੂਪੀ ਦਾ ਸਹਾਰਨਪੁਰ ਔਰ 2 ਡਿਸਟ੍ਰਿਕਟ ਆਉਂਦੇ ਆ, ਅਤੇ ਪੂਰਾ ਉੱਤਰਾਖੰਡ ਆਉਂਦਾ। ਅਤੇ ਇਸ ਏਰੀਏ 'ਚ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਐਜ਼ ਏ ਡਿਸਟ੍ਰਿਕਟ ਗਵਰਨਰ ਇਨ 1890 ਅਤੇ 1 ਸਾਲ ਮੈਂ ਗਵਰਨਰ ਰਿਹਾ। ਉੱਥੇ ਸੇਵਾ ਜ਼ਿਆਦਾ ਲੋਕਾਂ ਦੇ ਨਾਲ ਮਿਲ ਕੇ ਕੀਤੀ। ਔਰ ਮੇਰੀ ਵਾਈਫ ਨੇ ਵੀ ਜਦੋਂ ਚੇਅਰਮੈਨ ਸਨ ਆਪਣੇ ਕੈਂਸਰ ਡਿਟੈਕਸ਼ਨ ਕੈਂਪਸ ਔਰ ਇਸ ਤਰ੍ਹਾਂ ਦੀਆਂ ਕਈ ਸੁਵਿਧਾਵਾਂ ਐਕਸਟੈਂਡ ਕੀਤੀਆਂ। ਅਸੀਂ ਲੱਗੇ ਰਹੇ। ਰੋਟਰੀ ਦੇ ਵਿੱਚ ਹੋਰ ਮੈਨੂੰ ਫਾਇਦਾ ਹੋਇਆ ਕਿ ਸਾਡੇ ਇੱਕ ਰਾਸ਼ਟਰੀ ਅੰਤਰਰਾਸ਼ਟਰੀ ਪ੍ਰੈਜ਼ੀਡੈਂਟ ਰਾਜੇਂਦਰ ਕੇ ਸਾਬੂ ਹਨ ਚੰਡੀਗੜ੍ਹ, ਉਹ ਮੈਡੀਕਲ ਮਿਸ਼ਨਸ ਲੈ ਕੇ ਜਾਂਦੇ ਸੀ ਇੰਡੀਆ ਐਂਡ ਅਬਰੋਡ, ਅਤੇ ਮੈਂ ਵੀ ਉਹਨਾਂ ਦੇ ਨਾਲ ਐਸ ਮਿਸ਼ਨ ਡਾਇਰੈਕਟਰ, ਮੈਡੀਕਲ ਡਾਇਰੈਕਟਰ ਹਿੰਦੁਸਤਾਨ ਦੇ ਵਿੱਚ ਤਕਰੀਬਨ 15-20 ਜਗ੍ਹਾ 'ਤੇ ਕੈਂਪ ਲਗਾਏ, ਜਿਹਦੇ ਵਿੱਚ ਮੱਧ ਪ੍ਰਦੇਸ਼, ਰਾਜਸਥਾਨ, ਉੜੀਸਾ, ਆਂਧਰਾ, ਆਪਣੇ ਨਾਗਾਲੈਂਡ ਐਂਡ ਹੋਰ ਸਾਰੀਆਂ। ਸਰ ਪੰਜਾਬ ਔਰ ਡਿਸਟ੍ਰਿਕਟ ਲੈਵਲ 'ਤੇ ਤਾਂ ਅਸੀਂ ਅਗਰ ਤੁਹਾਡੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਡਾ ਬਹੁਤ ਵੱਡਾ ਨਾਮ ਹੈ। ਇੰਡੀਆ ਲੈਵਲ 'ਤੇ ਵੀ ਤੁਸੀਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਪਰ ਇਹ ਗੱਲ ਜ਼ਰੂਰ ਮੈਂ ਖਾਸ ਤੌਰ 'ਤੇ ਜਾਣਨਾ ਚਾਹਾਂਗਾ ਕਿ ਵਿਦੇਸ਼ਾਂ ਦੇ ਵਿੱਚ ਬਾਹਰ ਜਾ ਕੇ ਤੁਸੀਂ ਸਾਡੇ ਰੋਪੜ ਜ਼ਿਲ੍ਹੇ ਦਾ ਜਿਹੜਾ ਨਾਮ ਉੱਚਾ ਕੀਤਾ ਹੈ, ਜਾਂ ਤੁਸੀਂ ਉੱਥੇ ਜਾ ਕੇ ਵੀ ਮੈਡੀਕਲ 'ਚ ਜੋ ਯੋਗਦਾਨ ਪਾਇਆ, ਉਹਦੇ ਬਾਰੇ ਸਾਨੂੰ ਜ਼ਰੂਰ ਦੱਸਿਓ। ਅੰਡਰ ਮੈਡੀਕਲ ਮਿਸ਼ਨ ਅਸੀਂ ਨਾ ਸਭ ਤੋਂ ਪਹਿਲਾਂ ਮੈਂ 2004 ਦੇ ਵਿੱਚ ਮੈਡਾਗਾਸਕਰ ਗਿਆ ਸੀਗਾ। ਤਾਂ ਮੈਡਾਗਾਸਕਰ ਇਸੇ ਟੀਮ ਦੇ ਨਾਲ ਜਿਹੜੀ ਮੈਡੀਕਲ ਮਿਸ਼ਨ ਟੀਮ ਹੈ, ਉੱਥੇ ਅਸੀਂ ਜਾ ਕੇ ਸਰਜਰੀਜ਼ ਕੀਤੀਆਂ। ਉੱਥੇ ਤਕਰੀਬਨ 300-400 ਸਰਜਰੀਜ਼ ਆਪਰੇਟ ਕੀਤੇ ਮੈਂ ਆਪ, ਔਰ ਉੱਥੇ ਪਹਿਲੀ ਮੈਂ ਲੈਪਰੋਸਕੋਪਿਕ ਸਰਜਰੀ ਉਸ ਕੰਟਰੀ ਦੇ ਵਿੱਚ ਪਹਿਲੀ ਲੈ ਕੇ ਗਿਆ ਸੀ, ਸਮਾਨ ਉੱਥੇ ਕੀਤੀ, ਔਰ ਨਾਲ ਹੀ ਟ੍ਰੇਨਿੰਗ ਦਿੱਤੀ ਉੱਥੇ ਦੇ ਡਾਕਟਰਸ ਨੂੰ, ਔਰ ਉਹਨਾਂ ਦੇ ਡਾਕਟਰਸ ਨੂੰ ਸਮਰੱਥਾ ਦਿੱਤੀ। ਉਸ ਤੋਂ ਬਾਅਦ ਲਿਸੋਤੋ ਸਾਊਥ ਅਫਰੀਕਾ ਦੇ ਨਾਲ, ਕੋਂਗੋ, ਰਵਾਂਡਾ ਔਰ ਇਥੋਪੀਆ ਦੇ ਵਿੱਚ ਮੈਨੂੰ 2 ਵਾਰੀ ਜਾਣ ਦਾ ਮੌਕਾ ਮਿਲਿਆ। ਰਵਾਂਡਾ ਦੇ ਵਿੱਚ ਵੀ ਸਰਜਰੀ ਕਰਨ ਦਾ ਮੌਕਾ ਮਿਲਿਆ। ਔਰ ਇਹ ਸਾਰੇ ਕੰਟਰੀਜ਼ ਦੇ ਵਿੱਚ ਅਸੀਂ
ਲੈਪਰੋਸਕੋਪਿਕ ਔਰ ਐਡਵਾਂਸ ਸਰਜੀਕਲ ਟ੍ਰੇਨਿੰਗ ਉੱਥੇ ਦੇ ਸਰਜਨਸ ਨੂੰ ਦਿੱਤੀ। ਉਹ ਹੁਣ ਉਹਨਾਂ ਨੇ ਆਪਣੇ ਕੰਮ ਆਪ ਸ਼ੁਰੂ ਕਰ ਦਿੱਤੇ, ਨਹੀਂ ਤਾਂ ਉਹ ਫਰਾਂਸ ਜਾਂ ਇੰਗਲੈਂਡ ਦੇ ਵਿੱਚ ਆਪਣੇ ਮਰੀਜ਼ ਲੈ ਕੇ ਜਾਂਦੇ ਸੀ ਜਾਂ ਸਾਊਥ ਅਫਰੀਕਾ ਦੇ ਵਿੱਚ ਜਾ ਕੇ ਸਰਜਰੀਜ਼ ਕਰਦੇ ਸੀ। ਉਹਨਾਂ ਦੀ ਬਹੁਤ ਅੱਗੇ ਐਡਵਾਂਸਮੈਂਟ ਹੋ ਗਈ ਔਰ ਲੋਕਾਂ ਦੇ ਫਜ਼ੂਲ ਦੇ ਖਰਚੇ ਬਹੁਤ ਬਚ ਗਏ। ਉਹਨਾਂ ਨੂੰ ਬੜੇ ਸੌਖੇ ਸਸਤੇ ਤਰੀਕੇ ਨਾਲ ਸਰਜਰੀਜ਼ ਉੱਥੇ ਸ਼ੁਰੂ ਹੋ ਗਈਆਂ। ਬੜੀ ਤੇਜ਼ੀ ਦੇ ਨਾਲ ਚੇਂਜਸ ਹੋ ਰਹੇ ਆ ਮੈਡੀਕਲ ਲਾਈਨ ਦੇ ਵਿੱਚ, ਅਤੇ ਜਿਹੜੇ ਨਵੇਂ ਡਾਕਟਰਸ ਨਵੇਂ ਉੱਭਰ ਕੇ ਆ ਰਹੇ ਨੇ, ਖਾਸ ਤੌਰ 'ਤੇ ਡਾਕਟਰ ਸਾਹਿਬ ਕੁਛ ਆਪਾਂ ਦੇਖਦੇ ਹਾਂ ਕਿ ਬਿਨਾਂ ਪ੍ਰੈਕਟਿਸ ਤੋਂ ਵੀ ਕੁਛ ਪਿੰਡਾਂ ਦੇ ਵਿੱਚ ਕੁਝ ਡਾਕਟਰਸ ਹੁੰਦੇ ਨੇ ਜਿਹੜੇ ਬੈਠ ਜਾਂਦੇ ਨੇ, ਅਤੇ ਕੁਛ ਅਸੀਂ ਇਹ ਦੇਖਦੇ ਹਾਂ ਕਿ ਅੱਜ ਪੈਸੇ ਦੇ ਬਲਬੂਤੇ ਦੇ ਨਾਲ ਵੀ ਬੜੇ ਵੱਡੇ ਪੱਧਰ 'ਤੇ ਡਿਗਰੀਆਂ ਜਿਹੜੀਆਂ ਹੈ ਉਹ ਖਰੀਦੀਆਂ ਲਈਆਂ ਜਾ ਰਹੀਆਂ। ਸੋ ਇਹੋ ਜਿਹੇ ਡਾਕਟਰਸ ਦੇ ਬਾਰੇ ਕੀ ਰਾਏ ਹੈ? ਮੈਂ ਕਹਿੰਦਾ ਕਿ ਬਹੁਤ ਅੱਛਾ ਕਦਮ ਨਹੀਂ ਹੈ ਸਰਕਾਰ ਦਾ। ਜਿਹੜੇ ਅਨਕੁਆਲੀਫਾਈਡ ਡਾਕਟਰਸ ਹਨ ਉਹਨਾਂ ਦੇ ਨਾਲ ਉਹਨਾਂ ਨੂੰ ਬਹੁਤੀਆਂ ਚੀਜ਼ਾਂ ਦਾ ਪਤਾ ਨਹੀਂ, ਤਾਂ ਜਿਹੜੀਆਂ ਕਈ ਵਾਰੀ ਦਵਾਈਆਂ ਦਿੰਦੀਆਂ ਫਾਇਦਾ ਤਾਂ ਜ਼ਰੂਰ ਹੋ ਜਾਂਦਾ। ਜੇ ਅਸੀਂ ਨਾ ਵੀ ਮਰੀਜ਼ ਨੂੰ ਦਵਾਈ ਦੇਈਏ 80% ਮਰੀਜ਼ ਆਪਣੇ ਆਪ ਹੀ ਠੀਕ ਹੋ ਜਾਂਦੇ। ਜੇ ਥੋੜ੍ਹੀ ਦਵਾਈ ਦੇਈਏ ਤਾਂ 10-12% ਹੋਰ ਠੀਕ ਹੋ ਜਾਂਦੇ ਆ। 5-7% ਐਸੇ ਮਰੀਜ਼ ਆ ਜਿਹੜੇ ਬਿਲਕੁਲ ਹੀ ਖ਼ਰਾਬ ਹੋ ਜਾਂਦੇ ਆ, ਡੈਥ ਉਹਨਾਂ ਨੂੰ ਅਸੀਂ ਸੇਵ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਕਰੋਨਿਕ ਬਿਮਾਰੀ ਲੱਗ ਜਾਂਦੀ। ਸੋ ਬਿਮਾਰ ਠੀਕ ਹੋ ਜਾਂਦੇ ਆ, ਦਵਾਈ ਜਿਹੜੀ ਮਰਜ਼ੀ ਦੇਣ ਉਹਦੇ ਨਾਲ ਵੀ ਫਰਕ ਪੈ ਜਾਂਦਾ। ਪਰ ਕਈ ਜਿਹੜੇ ਪਿੰਡਾਂ 'ਚ ਨੀਮ ਹਕੀਮ ਬੈਠੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹਨਾਂ ਦੀ ਕੰਪਲੀਕੇਸ਼ਨਸ ਕੀ ਜਿਹੜੀਆਂ ਦਵਾਈਆਂ ਉਹ ਦਿੰਦੇ। ਉਹ ਉਹਨਾਂ ਦੀ ਅਣਜਾਣਤਾ ਕਰਕੇ ਆਪਣੇ ਘਰ ਵਾਲਿਆਂ ਨੂੰ ਵੀ ਉਹੀ ਦਵਾਈ ਦਿੰਦੇ, ਉਹਨਾਂ ਨੂੰ ਵੀ ਜ਼ਿਆਦਾ ਤੰਗੀਆਂ ਹੁੰਦੀਆਂ। ਤੋ ਇਹ ਜਿਹੜੀ ਸਰਕਾਰ ਇੱਕ ਪਾਸੇ ਤਾਂ ਚਾਹੁੰਦੀ ਆ ਕਿ ਅਸੀਂ ਹਾਈਐਸਟ ਲੈਵਲ 'ਤੇ ਇੰਟਰਨੈਸ਼ਨਲੀ ਅਸੀਂ ਸਭ ਸਟੈਂਡਰਡਸ ਰੇਜ਼ ਕਰੀਏ, ਦੂਜੇ ਪਾਸੇ ਅਸੀਂ ਆ ਥੋੜ੍ਹਾ ਜਿਹਾ RMPs ਕਰਕੇ ਥੋੜ੍ਹੀ ਪ੍ਰੋਬਲਮ ਆ ਰਹੀ ਹੈ। ਇਹਨੂੰ ਕਿਤੇ ਬੈਲੈਂਸ ਕਰਨ ਦੀ ਬਹੁਤ ਜ਼ਰੂਰਤ ਹੈ। ਦੂਸਰੇ ਲਗਾਤਾਰ ਮੈਡੀਕਲ ਖੇਤਰ ਦੇ ਵਿੱਚ ਕੁਝ ਹੋਰ ਚੁਣੌਤੀਆਂ ਜਿਹੜੀਆਂ ਕਿ ਤੁਹਾਨੂੰ ਅਤੇ ਖਾਸ ਤੌਰ 'ਤੇ ਜਿਹੜੇ ਹੁਣ ਨਵੇਂ ਡਾਕਟਰ ਬਣ ਜਾ ਰਹੇ, ਕੀ ਨਵੀਆਂ ਚੁਣੌਤੀਆਂ ਉਹਨਾਂ ਬਾਰੇ ਜ਼ਰੂਰ ਜਾਂਦੇ ਜ਼ਰੂਰ ਰਾਏ ਦਿਓ। ਹਾਂਜੀ, ਦੂਸਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਅੱਜ ਕੱਲ੍ਹ ਦੇ ਨਵੇਂ ਬੱਚੇ ਹਨ ਡਾਕਟਰ ਬਣਦੇ ਹਨ, ਬੜੀ ਸੰਘਰਸ਼ ਤੋਂ ਬਾਅਦ ਮੈਡੀਕਲ ਕਾਲਜ 'ਚ ਐਡਮਿਸ਼ਨ ਮਿਲਦੀ ਆ। ਬਹੁਤ ਐਜੂਕੇਸ਼ਨ, ਬਹੁਤ ਕੰਪੀਟੀਸ਼ਨ ਹੈ, ਖਰਚੇ, ਔਰ ਮੈਡੀਕਲ ਐਜੂਕੇਸ਼ਨ ਦਾ ਕੋਸਟ ਇੰਨੀ ਵੱਧ ਗਈ ਕਿ ਫ੍ਰੀ ਅੱਜ ਕੱਲ੍ਹ ਦਵਾਈ ਦਾ ਦੇਣ ਦਾ ਕਿਸੇ ਨੂੰ ਜਾਂ ਸੋਸ਼ਲ ਸਰਵਿਸ ਕਰਨ ਦਾ ਤਾਂ ਖਿਆਲ ਹੀ ਨਹੀਂ ਆਉਣਾ। ਇੰਨੀ ਤਕਰੀਬਨ ਕਰੋੜ ਰੁਪਇਆ ਲੱਗ ਜਾਂਦਾ ਇੱਕ ਮੈਡੀਕਲ MBBS ਡਿਗਰੀ ਲੈਣ ਲਈ, 2 ਤੋਂ 3 ਕਰੋੜ ਪੋਸਟ ਗ੍ਰੈਜੂਏਸ਼ਨ ਕਰਨ ਲਈ। ਤਾਂ ਅਸੀਂ ਇੱਥੋਂ ਕਿਨਾਂ ਤੋਂ ਕੁਛ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਫ੍ਰੀ ਸੇਵਾ ਕਰਨਗੇ। ਔਰ ਜਦੋਂ ਉਹ ਫੀਲਡ 'ਚ ਆਉਂਦੇ ਆ, ਕਈ ਹੈਵੀ ਡੋਨੇਸ਼ਨਸ ਦੇ ਕੇ, ਬਹੁਤੇ ਸਿਆਣੇ ਵੀ ਨਹੀਂ ਹੁੰਦੇ, ਬਾਹਰੋਂ ਵੀ ਡਿਗਰੀਜ਼ ਕਰਕੇ ਆ ਜਾਂਦੇ ਆ। ਜਦੋਂ ਫੀਲਡ 'ਚ ਆ ਕੇ ਕੰਮ ਕਰਦੇ ਆ ਤਾਂ ਉਹਨਾਂ ਦਾ ਪਹਿਲਾ ਏਮ ਹੁੰਦਾ ਕਿ ਅਸੀਂ ਪੈਸੇ ਪੂਰੇ ਕਰੀਏ। ਉਹ ਫਿਰ ਉਹਦੇ ਵਿੱਚ ਜਿਹੜੀ ਖਰਚਾ ਹੈਗਾ ਮਰੀਜ਼ਾਂ ਦੀ ਸਿਹਤ 'ਤੇ ਜੋ ਬੋਝ ਵੱਧਦਾ, ਮਰੀਜ਼ਾਂ ਦੇ ਫਾਈਨੈਂਸ਼ੀਅਲ ਐਕਸਪੈਂਸ ਇੰਨੇ ਵੱਧ ਜਾਂਦੇ ਆ ਕਿ ਮਰੀਜ਼ ਇਲਾਜ ਨਹੀਂ ਕਰਾ ਸਕਦੇ। ਇਸੇ ਕਰਕੇ ਲਗਾਤਾਰ ਡਾਕਟਰ ਸਾਹਿਬ ਤੁਹਾਡੀ ਇਸ ਗੱਲ ਤੋਂ ਇਹ ਸਮਝ ਆ ਰਹੀ ਹੈ ਕਿ ਇਸੇ ਕਰਕੇ ਲਗਾਤਾਰ ਧੜ ਹਸਪਤਾਲ ਜਿਹੜੇ ਉਹ ਨਵੇਂ ਬਣਦੇ ਜਾ ਰਹੇ, ਕਿਉਂਕਿ ਹਰ ਡਾਕਟਰ ਦੀ ਇਹ ਇੱਛਾ ਹੈ ਕਿ ਮੈਂ ਸਰਕਾਰੀ ਨੌਕਰੀ, ਕਿਉਂਕਿ ਪਿੱਛੇ ਵੀ ਪੰਜਾਬ ਸਰਕਾਰ ਨੇ ਜਦੋਂ ਪੋਸਟਾਂ ਕੱਢੀਆਂ ਤਾਂ ਡਾਕਟਰਾਂ ਨੇ ਉਹਨੂੰ ਜੁਆਇਨ ਕਰਨ ਤੋਂ ਬਿਹਤਰ ਇਹ ਸਮਝਿਆ ਕਿ ਅਸੀਂ ਆਪਣਾ ਕਲੀਨਿਕ ਖੋਲ੍ਹ ਕੇ ਬਹਿ ਜਾਈਏ। ਮੇਰੇ ਖਿਆਲ ਸਰਕਾਰੀ ਜਿਹੜੇ ਡਾਕਟਰਸ ਨੌਕਰੀਆਂ ਨਹੀਂ ਲੈ ਰਹੇ, ਉਹਦੇ ਵਿੱਚ ਇੱਕ ਹੋਰ ਵੱਡੀ ਪ੍ਰੋਬਲਮ ਹੈ ਕਿ ਇਹਨਾਂ ਦੀ ਤਨਖਾਹ ਡਾਕਟਰਾਂ ਦੀ ਬਹੁਤ ਘੱਟ ਕਰ ਦਿੱਤੀ। ਤਕਰੀਬਨ ਕੰਟਰੈਕਟ ਬੇਸਿਸ 'ਤੇ ਲੈਣੇ ਸ਼ੁਰੂ ਕੀਤੇ ਆ ਡਾਕਟਰਸ, ਅਤੇ ਉਹ ਕੰਟਰੈਕਟ ਕੋਈ 50,000, ਕੋਈ 60,000, ਕੋਈ 70,000, ਕੋਈ ਲੱਖ ਰੁਪਇਆ। ਅਤੇ ਜਿੱਦਾਂ ਪਹਿਲਾਂ ਸੀਗੀ ਰੈਗੂਲਰ ਸਰਵਿਸ ਸੀਗੀ, ਹੋਰ ਪ੍ਰਮੋਸ਼ਨ ਸੀਗੀ, ਪੈਨਸ਼ਨ ਸੀਗੀਆਂ, ਉਹ ਸਾਰੀਆਂ ਖਤਮ ਹੋਣ ਨਾਲ ਡਾਕਟਰਾਂ ਦਾ ਇੰਟਰਸਟ ਹੁਣ ਬਹੁਤ ਘੱਟ ਗਿਆ। ਸੋ ਉਹਨਾਂ ਦਾ ਫਸਟ ਪ੍ਰੈਫਰੈਂਸ ਹੁੰਦੀ ਕਿ ਮੈਨੂੰ ਪ੍ਰਾਈਵੇਟਲੀ ਬੇਸ਼ੱਕ ਥੋੜ੍ਹੇ ਵੀ ਪੈਸੇ ਮਿਲ ਜਾਣ, ਐਕਸਪੀਰੀਅੰਸ ਹੋ ਜਾਏਗਾ, ਮੈਂ ਉੱਥੇ ਕਰ ਲਾਂਗਾ। ਸੈਕਿੰਡ, ਜਦੋਂ 5-4 ਸਾਲ ਦਾ, 3 ਸਾਲ 4 ਸਾਲ ਦਾ ਐਕਸਪੀਰੀਅੰਸ ਹੁੰਦਾ, ਉਹ ਫਿਰ ਆਪਣੀ ਪ੍ਰੈਕਟਿਸ ਸ਼ੁਰੂ ਕਰਦੇ ਆ। ਹੁਣ ਇਸ ਤਰ੍ਹਾਂ ਦੇ ਕਾਨੂੰਨ ਬਣ ਰਹੇ ਆ ਕਿ ਇੱਕ ਨਵੇਂ ਬੰਦੇ ਲਈ ਪ੍ਰੈਕਟਿਸ ਕਰਨੀ ਵੀ ਬਹੁਤ ਔਖੀ ਆ, ਕਿਉਂਕਿ ਇੱਕ ਕਲੀਨਿਕਲ ਐਸਟੈਬਲਿਸ਼ਮੈਂਟ ਬਿੱਲ ਪਾਸ ਹੋ ਗਿਆ, ਜਿਹਦੇ ਵਿੱਚ ਨਵੀਂ ਐਸਟੈਬਲਿਸ਼ਮੈਂਟ ਕਿਸੇ ਵੀ ਸ਼ਹਿਰ ਦੇ ਵਿੱਚ ਖੋਲ੍ਹਣੀ, ਉਹਦੀ ਅਪਰੂਵਲ ਲੈਣੀ, ਹੋਰ ਲੈਣੀ, ਕਰੋੜਾਂ ਰੁਪਏ ਦਾ ਖਰਚਾ ਹੁੰਦਾ ਜਿਹੜਾ ਇੱਕ ਆਮ ਆਦਮੀ ਦੇ ਉਹਦੇ ਵਾਸਤੇ ਵਿੱਚ। ਸੋ ਇਟਸ ਮੇਰੇ ਖਿਆਲ ਸਰਕਾਰ ਵੀ ਨਹੀਂ ਇਹਦੇ 'ਤੇ ਰੋਕ ਲਾ ਰਹੀ। ਦੂਸਰੀ ਜਿਹੜੀ ਹੈਗੀ ਆ, ਸਰਕਾਰ ਕਾਰਪੋਰੇਟ ਸੈਕਟਰ ਵੱਲ ਨੂੰ ਜ਼ਿਆਦਾ ਪ੍ਰੈਫਰੈਂਸ ਦੇ ਰਹੀ ਆ। ਜਿਹੜਾ ਆਪਣਾ ਇਨਫਰਾਸਟਰਕਚਰ ਉਹਨੂੰ ਮਜ਼ਬੂਤੀ ਦੇ ਵਿੱਚ ਖਰਚਾ ਬਹੁਤ ਹੁੰਦਾ। ਸਿਹਤ ਔਰ ਐਜੂਕੇਸ਼ਨ, ਜਿਹਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ
ज़्यादा ਪ੍ਰੈਫਰੈਂਸ ਦੇਣੀ। ਜੇ ਅੱਛੀ ਸਿਹਤ ਹੋਏਗੀ ਲੋਕ ਅੱਛੀ ਕੰਮ ਕਰਨਗੇ ਔਰ ਖਰਚਾ ਆਊਟ ਆਫ ਪੋਕਟ ਉਹਨਾਂ ਦਾ ਘੱਟ ਹੋਵੇ ਤਾਂ ਉਹ ਜ਼ਿਆਦਾ ਪ੍ਰਫੁੱਲਤ ਹੋਣਗੇ। ਤੋ ਇਹ ਸਰਕਾਰ ਨੂੰ ਚਾਹੀਦਾ ਕਿ ਇੱਧਰ ਦੇ ਪਾਸੇ ਨੂੰ ਧਿਆਨ ਦੇਵੇ ਔਰ ਸਿਹਤ ਦੀਆਂ ਸੇਵਾਵਾਂ ਨੂੰ ਫ੍ਰੀ ਕਰਨ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਸਰ ਜਾਂਦੇ ਜਾਂਦੇ ਜ਼ਰੂਰ ਇੱਕ ਐਸਾ ਕੀਮਤੀ ਸੁਝਾਅ ਜੋ ਇਸ ਫੀਲਡ ਵਿੱਚ ਮੈਡੀਕਲ, ਕਿਉਂਕਿ ਤੁਹਾਡਾ ਬਹੁਤ ਵੱਡਾ ਐਕਸਪੀਰੀਅੰਸ ਹੈ, ਤਜਰਬਾ ਹੈ, ਕੋਈ ਐਸਾ ਸੁਝਾਅ, ਕੋਈ ਐਸੀ ਸੁਜੈਸ਼ਨ ਜੋ ਫੀਲਡ 'ਚ ਅੱਜ ਕੰਮ ਕਰ ਰਹੇ ਨੇ ਮੈਡੀਕਲ 'ਚ, ਜਾਂ ਜਿਹੜੇ ਮੈਡੀਕਲ ਦੇ ਫੀਲਡ ਵਿੱਚ ਆਉਣ ਲਈ ਤਿਆਰ ਬੈਠੇ ਨੇ ਜਾਂ ਤਿਆਰੀ ਕਰ ਰਹੇ ਨੇ, ਉਹਨਾਂ ਲਈ ਕੋਈ ਇੱਕ ਬੇਸ਼ਕੀਮਤੀ ਸੁਝਾਅ 2 ਸ਼ਬਦਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਤਾਂ ਕਿ ਉਹਨਾਂ ਦੇ ਲਈ ਲਾਹੇਵੰਦ ਹੋ ਸਕੇ ਅਤੇ ਇੱਕ ਸਮਾਜ ਲਈ ਵੀ ਚੰਗੀ ਸੇਧ ਜਿਹੜੀ ਆ ਉਹ ਸਾਬਤ ਹੋ ਸਕੇ। ਮੈਂ ਯੰਗ ਡਾਕਟਰਸ ਨੂੰ ਇਹੀ ਕਹਾਂਗਾ ਕਿ ਆਪਾਂ ਐਥੀਕਲੀ ਕੰਮ ਕਰੀਏ, ਬਿਨਾਂ ਕਿਸੇ ਲਾਲਚ ਤੋਂ ਕੰਮ ਕਰੀਏ ਔਰ ਆਪਣੀ ਜਿੰਨੀ ਵੀ ਸਾਡੀ ਟੈਕਨੀਕਲ ਕੈਪੇਬਿਲਿਟੀਜ਼ ਹੈਗੀਆਂ ਉਹਦੇ ਮੁਤਾਬਕ ਕੰਮ ਕਰੀਏ ਔਰ ਲੋਕਾਂ ਨੂੰ ਪੂਰਾ ਇਲਾਜ ਪਹੁੰਚਾਈਏ। ਪਰ ਇੱਕ ਗਵਰਨਮੈਂਟ ਨੂੰ ਮੈਂ ਜ਼ਰੂਰ ਸੰਦੇਸ਼ ਦੇਣਾ ਚਾਹੁੰਦਾ ਕਿ ਜੇ ਅਸੀਂ ਹੋਮਿਓਪੈਥੀ, ਆਯੁਰਵੇਦਾ, ਐਲੋਪੈਥੀ ਇਹਨੂੰ ਫਰਦਰ ਡਿਵੈਲਪ ਕਰਨਾ ਚਾਹੁੰਦੇ ਹਾਂ ਤਾਂ ਇਹਨਾਂ ਨੂੰ ਮਿਕਸ ਨਾ ਕਰੀਏ। ਇਹ ਸਿਰਫ ਜੇ ਐਲੋਪੈਥੀ ਆ ਤਾਂ ਸਿਰਫ ਐਲੋਪੈਥੀ ਰਹੇ, ਜੇ ਹੋਮਿਓਪੈਥੀ ਆ ਹੋਮਿਓਪੈਥੀ ਰਹੇ, ਜੇ ਆਯੁਰਵੇਦਾ ਵਿੱਚ ਵੀ ਰਿਸਰਚ ਦਾ ਬਹੁਤ ਸਕੋਪ ਹੈ ਤਾਂ ਅਸੀਂ ਪੁਰਾਣੇ ਲੈਵਲ 'ਤੇ ਪਹੁੰਚ ਸਕਦੇ ਹਾਂ। ਤਾਂ ਇਹ ਸਰਕਾਰ ਮਿਕਸੋਪੈਥੀ ਨਾ ਕਰੇ ਔਰ ਜਿਹੜੇ ਯੰਗ ਡਾਕਟਰਸ ਹੈ ਉਹਨਾਂ ਨੂੰ ਐਸਟੈਬਲਿਸ਼ ਕਰਨ ਲਈ ਐਨਕਰੇਜ ਕਰੇ। ਸੋ ਇਹ ਸਨ ਸਾਡੇ ਇਲਾਕੇ ਰੂਪਨਗਰ ਜ਼ਿਲ੍ਹੇ ਦੀ ਸ਼ਾਨ ਡਾਕਟਰ RS ਪਰਮਾਰ ਜੀ, ਜਿਨ੍ਹਾਂ ਨੇ ਡਾਕਟਰੀ ਨੂੰ ਪੇਸ਼ਾ ਨਾ ਸਮਝਦੇ ਹੋਏ ਸੇਵਾ ਸਮਝ ਕੇ ਆਪਣੀ ਜਿਹੜੀ ਹੈ ਡਿਊਟੀ ਨਿਭਾਈ ਹੈ। ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਦੇਸ਼ਾਂ ਵਿਦੇਸ਼ਾਂ 'ਚ ਵੀ ਆਪਰੇਸ਼ਨ ਕਰਨ ਜਾਂਦੇ ਆ, ਪਰ ਨਾਲ ਫ੍ਰੀ ਕੈਂਪ, ਕੋਈ ਜਿਹੜੇ ਅੱਖਾਂ ਦੇ ਹਸਪਤਾਲ ਹੈ ਜਿਹੜੇ ਕਿ ਗਰੀਬ ਲੋਕਾਂ ਲਈ ਪਿੰਡਾਂ 'ਚ ਇਹਨਾਂ ਨੇ ਦੱਸਿਆ ਲਾਏ, ਉਹ ਕੈਂਪ ਲਗਾਏ ਆ ਇਹਨਾਂ ਨੇ ਅੱਖਾਂ ਦੇ। ਉਸ ਤੋਂ ਇਲਾਵਾ ਹੋਰ ਵੀ ਸਮੇਂ ਸਿਰ ਬਹੁਤ ਸਾਰੇ ਸੋਸ਼ਲ ਵਰਕ ਕਰਦੇ ਰਹਿੰਦੇ ਆ। ਰੋਟਰੀ ਦੇ ਗਵਰਨਰ ਵੀ ਰਹੇ, ਜਿਹਦੇ ਵਿੱਚ ਇਹਨਾਂ ਨੂੰ ਕਈ ਸਟੇਟਸ ਦੇ ਵਿੱਚ ਜਿਹੜਾ ਜਾਣ ਦਾ ਮੌਕਾ ਮਿਲਿਆ, ਸੇਵਾ ਕਰਨ ਦਾ ਮੌਕਾ ਮਿਲਿਆ। ਸੋ ਇਹਨਾਂ ਨਾਲ ਇਹ ਗੱਲਬਾਤ ਕਰਕੇ ਇੱਕ ਜ਼ਰੂਰ ਗੱਲ ਜਿਹੜੀ ਹੈ ਉਹ ਦਰਸ਼ਕਾਂ ਨੂੰ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਪ੍ਰਾਪਤ ਹੋਈ ਹੈ ਕਿ ਅੱਜ ਦੀ ਜੋ ਸਥਿਤੀ ਹੈ ਡਾਕਟਰਸ ਦੀ, ਉਹਦੇ ਲਈ ਕੇਵਲ ਔਰ ਕੇਵਲ ਡਾਕਟਰੀ ਜ਼ਿੰਮੇਵਾਰ ਨਹੀਂ ਹੈ। ਕਿਤੇ ਨਾ ਕਿਤੇ ਸਾਡਾ ਸਿਸਟਮ ਜਾਂ ਸਾਡਾ ਲਗਾਤਾਰ ਕਾਰਪੋਰੇਟ ਘਰਾਣਿਆਂ ਨੂੰ ਉਤਸ਼ਾਹਿਤ ਕਰੀ ਜਾਣਾ ਵੀ ਕਿਤੇ ਨਾ ਕਿਤੇ ਇਹਨਾਂ ਦੇ ਲਈ ਸਮੱਸਿਆ ਦਾ ਇੱਕ ਜਿਹੜਾ ਹੈ ਉਹ ਸਾਧਨ ਬਣਦਾ ਜਾ ਰਿਹਾ। ਸੋ ਅਗਰ ਡਾਕਟਰਸ ਵੀ, ਗੌਰਮੈਂਟ ਵੀ ਮਿਲ ਕੇ ਕੋਆਰਡੀਨੇਸ਼ਨ ਦੇ ਨਾਲ ਗਰੀਬ ਲੋਕਾਂ ਦੇ ਲਈ ਸੋਚਣ ਤਾਂ ਮੈਡੀਕਲ ਦਾ ਜਿਹੜਾ ਖੇਤਰ ਹੈ ਉਹ ਹੋਰ ਵੀ ਜ਼ਿਆਦਾ, ਵੈਸੇ ਤਾਂ ਹੈ ਰਿਸਪੈਕਟੇਬਲ ਹੈ, ਹੋਰ ਵੀ ਜ਼ਿਆਦਾ ਇਹਨੂੰ ਰਿਸਪੈਕਟੇਬਲ ਬਣਾਇਆ ਜਾ ਸਕਦਾ। ਸੋ ਇਹ ਸਨ ਡਾਕਟਰ RS ਪਰਮਾਰ ਜੀ। ਸੋ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਸ਼ਖਸੀਅਤਾਂ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਸੋ ਸਾਡੇ ਨਾਲ ਲਗਾਤਾਰ ਬਣੇ ਰਹੋ। ਧੰਨਵਾਦ ਜੀ।